Hello students, hope you all are well and staying safe and healthy at home. Students, as you all know, the world is suffering from the coronavirus disease. So we must take safety precautions to fight against COVID-19. We must wash our hands for at least 20 seconds, use sanitizers, wearing the masks and keeping social distancing. ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਮਕੈਨੀਕਲ ਪ੍ਰੋਪਰਟੀਜ਼ ਆਫ ਦਾ ਮਟੀਰੀਅਲ। ਮਕੈਨੀਕਲ ਪ੍ਰੋਪਰਟੀਜ਼ ਆਫ ਦਾ ਮਟੀਰੀਅਲ ਦੇ ਵਿੱਚ ਸਾਡੀ ਜਿਹੜੀ ਪਹਿਲੀ ਪ੍ਰੋਪਰਟੀ ਹੈ ਦੈਟ ਇਜ਼ ਦਾ ਸਟ੍ਰੈਸ। ਆਪਾਂ ਜਾਣ ਲੈਂਦੇ ਹਾਂ ਸਟ੍ਰੈਸ ਕੀ ਹੈ, ਪਹਿਲਾਂ ਡੈਫੀਨੇਸ਼ਨ ਪੜ੍ਹਦੇ ਹਾਂ। when a material is subjected to external forces and internal resistance is set up within the material which opposes the external forces। ਹੁਣ ਕੀ ਹੋਇਆ, ਜਦੋਂ ਕਿਸੇ ਵੀ ਮਟੀਰੀਅਲ ਦੇ ਉੱਪਰ ਫੋਰਸ ਲੱਗੀ ਤਾਂ ਉਸ ਮਟੀਰੀਅਲ ਦੇ ਵਿੱਚ ਆਪਣੀ ਇੱਕ ਇੰਟਰਨਲ ਰੈਜ਼ਿਸਟੈਂਸ ਹੋਏਗੀ ਜਿਹੜੀ ਉਹਨਾਂ ਫੋਰਸਿਸ ਨੂੰ ਅਪੋਜ਼ ਕਰੇਗੀ। ਸੋ ਸਟ੍ਰੈਸ ਨੂੰ ਆਪਾਂ ਕਿੱਦਾਂ ਡਿਫਾਈਨ ਕਰ ਸਕਦੇ ਹਾਂ? ਸਟ੍ਰੈਸ ਇਜ਼ ਡਿਫਾਈਨਡ ਐਜ਼ ਦ ਫੋਰਸ ਡਿਵਾਈਡਡ ਬਾय द क्रॉस ਸੈਕਸ਼ਨਲ ਏਰੀਆ। मीन्स जो मटीरियल के उपर फोर्स लग रही है और किन्ने एरिया के उपर वो फोर्स लग रही है, दैट इज द स्ट्रेस। सो स्ट्रेस इज द, जब आप कह दीए स्ट्रेस इज द फोर्स पर यूनिट एरिया कि जिन्नी फोर्स लगती पई है और किन्ने क्रॉस सैक्शनल एरिया के उपर लगती पई है, दोनों की रेशियो। स्ट्रेस इज डिफाइंड एज द फोर्स डिवाइडेड बाय क्रॉस सैक्शनल एरिया। फोर्स हम स्ट्रेस के यूनिट्स की गल करिए, फोर्स के यूनिट्स होंगे न्यूटन और एरिया के जो यूनिट्स है दैट इज मीटर स्क्वायर। सो स्ट्रेस की बन गई न्यूटन पर मीटर स्क्वायर। टाइप्स ऑफ स्ट्रेस देखते हैं जी। देयर आर वेरियस टाइप्स ऑफ स्ट्रेस। फर्स्ट इज योर टेंसाइल स्ट्रेस। टेंसाइल स्ट्रेस की होती है व्हेन टू इक्वल एंड अपोजिट पोल्स आर अप्लाइड ऑन ए मेंबर देयर विल बी एन इंक्रीज इन इट्स लेंथ एंड स्ट्रेस इंड्यूस्ड विद इन द मेंबर इज कॉल्ड द टेंसाइल स्ट्रेस। ਜਦੋਂ ਅਸੀਂ ਕਿਸੇ ਵੀ ਸਪੈਸੀਮਨ ਦੇ ਉੱਪਰ ਇਕੁਅਲ ਐਂਡ ਅਪੋਜ਼ਿਟ ਪੁਲਸ ਕਰਦੇ ਹਾਂ, ਇੱਕ ਹੁੰਦਾ ਪੁਸ਼ ਮੀਨਸ ਅਸੀਂ ਫੋਰਸ ਲਗਾਉਂਦੇ ਹਾਂ ਟੂਵਰਡਸ ਇਨਵਰਡਸ, ਇੱਕ ਹੁੰਦਾ ਪੁੱਲ ਅਸੀਂ ਫੋਰਸ ਲਗਾਉਂਦੇ ਹਾਂ ਟੂਵਰਡਸ ਆਊਟਵਰਡ। ਟੈਂਸਾਈਲ ਸਟ੍ਰੈਸ ਦੀ ਡੈਫੀਨੇਸ਼ਨ ਕੀ ਹੋਏਗੀ? ਜਦੋਂ ਅਸੀਂ ਇਕੁਅਲ ਐਂਡ ਅਪੋਜ਼ਿਟ ਪੁਲਸ ਆਪਾਂ ਆਊਟਵਰਡ ਫੋਰਸ ਲਗਾਵਾਂਗੇ ਤਾਂ ਉਹਦੀ ਜਿਹੜੀ ਲੈਂਥ ਹੋਏਗੀ ਕਿਸੇ ਵੀ ਸਪੈਸੀਮਨ ਦੀ ਉਹ ਇਨਕਰੀਜ਼ ਕਰ ਜਾਏਗੀ, ਤਾਂ ਜਿਹੜੀ ਸਟ੍ਰੈਸ ਪੈਦਾ ਹੋਏਗੀ ਉਹਨੂੰ ਆਪਾਂ ਕਹਾਂਗੇ ਟੈਂਸਾਈਲ ਸਟ੍ਰੈਸ। ਜਿੱਦਾਂ ਇੱਕ ਐਗਜ਼ਾਮਪਲ ਹੈ ਸਪਰਿੰਗ ਹੈ, ਜਦੋਂ ਤੁਸੀਂ ਸਪਰਿੰਗ ਨੂੰ ਦੋਨੋਂ ਐਂਡ ਤੋਂ ਖਿੱਚਦੇ ਹੋ ਤਾਂ ਉਹਦਾ ਕੀ ਹੁੰਦਾ, ਉਹਦੀ ਜਿਹੜੀ ਲੈਂਥ ਹੈ ਉਹ ਇਨਕਰੀਜ਼ ਹੋ ਜਾਂਦੀ ਹੈ, ਤੇ ਜਿਹੜੀ ਸਟ੍ਰੈਸ ਉਹਦੇ ਵਿੱਚ ਪੈਦਾ ਹੋਏਗੀ ਦੈਟ ਵਿਲ ਬੀ ਦਾ ਟੈਂਸਾਈਲ ਸਟ੍ਰੈਸ। ਕੰਪਰੈਸਿਵ ਸਟ੍ਰੈਸ ਦੀ ਗੱਲ ਕਰ ਲਈਏ, ਇਸ ਤੋਂ ਅਪੋਜ਼ਿਟ ਹੈ when two equal and opposite pushes are applied on a member there will be the decrease in its length and the stress induced within the member is called the compressive stress। means ਹੁਣ ਸੇਮ ਆਪਾਂ ਸਪਰਿੰਗ ਦੀ ਐਗਜ਼ਾਮਪਲ ਲਈਏ, ਜੇ ਅਸੀਂ ਸਪਰਿੰਗ ਨੂੰ ਪੁੱਲ ਦੀ ਬਜਾਏ ਆਊਟਵਰਡ ਫੋਰਸ ਲਗਾਉਣ ਦੀ ਬਜਾਏ ਜੇ ਆਪਾਂ ਇਨਵਰਡ ਫੋਰਸ ਲਗਾਈਏ, ਉਹਨੂੰ ਪੁਸ਼ ਕਰੀਏ, ਉਹ ਕੀ ਹੋਏਗਾ, ਉਹ ਜਿਹੜਾ ਸਪਰਿੰਗ ਹੋਏਗਾ ਉਹਦੀ ਲੈਂਥ ਡਿਕਰੀਜ਼ ਕਰ ਜਾਏਗੀ। ਜਦੋਂ ਲੈਂਥ ਉਹਦੀ ਡਿਕਰੀਜ਼ ਕਰ ਜਾਏਗੀ ਤਾਂ ਜਿਹੜੀ ਸਟ੍ਰੈਸ ਪੈਦਾ ਹੋਏਗੀ ਉਹਦੇ ਵਿੱਚ ਔਨ ਪੁਸ਼ਿੰਗ ਟੂਵਰਡਸ ਇਨਵਰਡ ਫੋਰਸ, ਉਹਨੂੰ ਆਪਾਂ ਕਹਾਂਗੇ ਦੈਟ ਵਿਲ ਬੀ ਦਾ ਕੰਪਰੈਸਿਵ ਸਟ੍ਰੈਸ। then is your shear stress when two equal and opposite forces are applied on a member in such a way that the line of action of forces is tangential to the resisting cross sectional area of the member and stress induced within the body is called the shear stress। ਜਦੋਂ along the tangent of the surface ਦੇ ਉੱਪਰ ਕਿਸੇ ਵੀ ਮਟੀਰੀਅਲ ਦੇ ਉੱਪਰ along the tangent of that of the surface of the material ਦੇ ਉੱਪਰ ਫੋਰਸ ਲੱਗੇਗੀ that will be, ਤਾਂ ਉਹਦੇ ਵਿੱਚ ਜਿਹੜੀ stress induce ਹੋਏਗੀ that will be the shear stress। ਆਪਾਂ ਇੱਕ ਡਾਇਗਰਾਮ ਦੇਖਦੇ ਹਾਂ, ਦਿਸ ਇਜ਼ ਯੋਰ ਡਾਇਗਰਾਮ। ਹੁਣ ਇਸ ਡਾਇਗਰਾਮ ਦੇ ਵਿੱਚ ਕੀ ਹੈ, ਇਸ ਡਾਇਗਰਾਮ ਦੇ ਵਿੱਚ ਆ ਦੇਖੋ, ਜਿੱਦਾਂ ਆਪਾਂ ਟੈਂਸਾਈਲ ਸਟ੍ਰੈਸ ਦੀ ਗੱਲ ਕੀਤੀ ਸੀਗੀ, ਦਿਸ ਇਜ਼ ਦਾ ਟੈਂਸਾਈਲ ਸਟ੍ਰੈਸ ਕਿ ਦੋਨੋਂ ਐਂਡਸ ਤੋਂ ਇਕੁਅਲ ਐਂਡ ਅਪੋਜ਼ਿਟ ਫੋਰਸ ਲੱਗਦੀ ਪਈ ਹੈ। ਉਹਦੇ ਨਾਲ ਕੀ ਹੋਏਗਾ, ਇਹ ਜਿਹੜਾ ਸਪੈਸੀਮਨ ਹੋਏਗਾ ਇਹਦੀ ਲੈਂਥ ਇਨਕਰੀਜ਼ ਹੋ ਜਾਏਗੀ ਤੇ ਜਿਹੜੀ ਸਟ੍ਰੈਸ ਪੈਦਾ ਹੋਏਗੀ ਦੈਟ ਵਿਲ ਬੀ ਦਾ ਟੈਂਸਾਈਲ ਸਟ੍ਰੈਸ। ਕੰਪਰੈਸਿਵ ਸਟ੍ਰੈਸ ਕੀ ਸੀਗੀ, ਇਸ ਤੋਂ ਅਪੋਜ਼ਿਟ ਟੈਂਸਾਈਲ ਤੋਂ, ਕਿ ਜਦੋਂ ਦੋਨੋਂ ਐਂਡਸ ਤੇ ਆਪਾਂ ਫੋਰਸ ਨੂੰ ਇਨਵਰਡ ਲਗਾਇਆ, ਦਿਸ ਇਜ਼ ਦਾ ਇਨਵਰਡ ਫੋਰਸ, ਦਿਸ ਇਜ਼ ਅਗੇਨ ਦਾ ਇਨਵਰਡ ਫੋਰਸ, ਦੋਨੋਂ ਐਂਡਸ ਤੋਂ ਆਪਾਂ ਇਕੁਅਲ ਐਂਡ ਅਪੋਜ਼ਿਟ ਇਨਵਰਡ ਫੋਰਸ ਲਗਾਈ ਤੇ ਜਿਹੜੀ ਇਹਦੀ ਲੈਂਥ ਹੋਏਗੀ ਦੈਟ ਵਿਲ ਡਿਕਰੀਜ਼ ਤੇ ਜੋ ਸਟ੍ਰੈਸ ਪੈਦਾ ਹੋਏਗੀ ਦੈਟ ਵਿਲ ਬੀ ਦਾ ਕੰਪਰੈਸਿਵ ਸਟ੍ਰੈਸ। ਦਿਸ ਇਜ਼ ਯੋਰ ਸ਼ੀਅਰ ਸਟ੍ਰੈਸ ਡਾਇਗਰਾਮ ਕਿ ਅਲੋਂਗ ਦਾ ਟੈਂਜੈਂਟ ਆਹ ਸਰਫੇਸ ਹੈ, ਇਹ ਵੀ ਇੱਕ ਸਰਫੇਸ ਹੈ, ਇਹਨਾਂ ਦੇ ਟੈਂਜੈਂਟ ਦੇ ਉੱਪਰ ਜਦੋਂ ਫੋਰਸ ਲੱਗਦੀ ਹੈ ਅਲੋਂਗ ਦਾ ਟੈਂਜੈਂਟ ਆਫ ਦਾ ਸਰਫੇਸ ਤਾਂ ਜੋ ਸਟ੍ਰੈਸ ਪੈਦਾ ਹੋਏਗੀ ਦੈਟ ਵਿਲ ਬੀ ਦਾ ਸ਼ੀਅਰ ਸਟ੍ਰੈਸ। ਬੈਂਡਿੰਗ ਸਟ੍ਰੈਸ ਹੈ ਜੀ ਨੈਕਸਟ। ਸਟ੍ਰੈਸ ਇੰਡਿਊਸਡ ਡਿਊ ਟੂ ਦਾ ਬੈਂਡਿੰਗ ਐਕਸ਼ਨ, ਜਦੋਂ ਆਪਾਂ ਬੈਂਡ ਕਰਾਂਗੇ ਕਿਸੇ ਚੀਜ਼ ਨੂੰ, ਆ ਬੈਂਡਿੰਗ ਸਟ੍ਰੈਸ ਹੈ, ਜਦੋਂ ਇੱਕ ਅਪ ਐਂਡ ਤੋਂ ਇੱਕ ਡਾਊਨ ਐਂਡ ਤੋਂ ਤੁਸੀਂ ਫੋਰਸ ਲਗਾ ਰਹੇ ਹੋ ਔਰ ਅਪੋਜ਼ਿਟ ਸਾਈਡ ਤੋਂ ਤੁਸੀਂ ਮਿਡਲ ਤੋਂ ਫੋਰਸ ਲਗਾ ਰਹੇ ਹੋ,
तो एक ही होएगा, स्पेसिमेन अल्टीमेटली बेंड होएगा, ਜਾਂ इस साइड ਨੂੰ बेंड होएगा ਜਾਂ इस साइड ਨੂੰ बेंड होएगा। तो ਜਿਹੜੀ स्ट्रेस पैदा होएगी दैट विल बी द बेंडिंग स्ट्रेस। टॉर्शन स्ट्रेस है when equal and opposite torques are applied at the end of the shaft, the stress setup is called the torsion stress। ਜਦੋਂ ਆ ਟॉर्शन स्ट्रेस है, ਜਦੋਂ इस एंड ਦੇ ਉੱਪਰ भी फोर्स लगती पई है, ਜਦੋਂ इस एंड ਦੇ ਉੱਪਰ भी फोर्स लगती पई है, दोनों अपोजिट है, ठीक है। इस साइड ਦੇ ਉੱਪਰ है फोर्स, एक फोर्स थोड़ी इस साइड ਦੇ ਉੱਪਰ है। ਹੁਣ इक्वल एंड अपोजिट टॉर्क्स आर अप्लाइड, दोनों शाफ्ट के एंड के ऊपर टॉर्क अप्लाई हो रही है, इस एंड के ऊपर भी और इस एंड के ऊपर भी। ਹੁਣ ਇਹਦੇ ਵਿੱਚ ਜਿਹੜੀ स्ट्रेस पैदा होएगी दैट विल बी द टॉर्शन स्ट्रेस। थर्मल स्ट्रेस है, थर्मल स्ट्रेस ਹੁੰਦੀ है ਜਿਹਦਾ ਟੈਂਪਰੇਚਰ ਚੇਂजेस ਦੇ ਕਾਰਨ ਜਿਹੜੀ स्ट्रेस ਹੋਵੇ ਉਹਨੂੰ ਆਪਾਂ ਥਰਮਲ स्ट्रेस ਕਹਾਂਗੇ। नेक्स्ट इज योर स्ट्रेन, स्ट्रेन प्रॉपर्टी है नेक्स्ट मैकेनिकल प्रॉपर्टी। When an external force is applied on a body, its dimension changes and the ratio of the change in dimension of the body to the original dimension is called the strain। strain की है जिदा आप टेंसाइल ਦੇ ਵਿੱਚ ਦੇਖਿਆ ਜਾਂ ਕੰਪਰੈਸਿਵ ਫੋਰਸ ਦੇ ਵਿੱਚ ਦੇਖਿਆ ਕਿ ਜਦੋਂ ਹੁਣ ਸਪਰਿੰਗ ਦੀ ਐਗਜ਼ਾਮਪਲ ਹੀ ਲੈ ਲਈਏ, ਸਪਰਿੰਗ ਨੂੰ ਜਦੋਂ ਆਪਾਂ ਫੋਰਸ ਲਗਾਈ ਟੂਵਰਡਸ ਆਊਟਵਰਡ, ਉਹਦੀ ਲੈਂਥ ਇਨਕਰੀਜ਼ ਹੋ ਗਈ। when an external force is applied on a body, its dimension changes, ਉਹਦੀ dimension change ਕਰ ਗਈ। ਹੁਣ द strain ਕੀ ਹੋਇਆ, the change in the dimension to the original dimension, ਜਿੰਨੀ change ਹੋਈ dimension ਦੇ ਵਿੱਚ to the original dimension that is called the strain। ਜਿੱਦਾਂ suppose ਤੁਹਾਡੇ ਕੋਲ spring ਦੀ ਜੋ ਪਹਿਲੇ ਲੈਂਥ ਸੀਗੀ that was 50 mm, ਤੁਸੀਂ ਉਹਨੂੰ ਜਦੋਂ ਖਿੱਚਿਆ ਬਾਹਰਲੇ ਪਾਸੇ ਨੂੰ ਖਿੱਚਿਆ ਤਾਂ ਉਹਦੀ ਜੋ dimension ਬਣ ਗਈ that is 52 mm। तो सो strain की होगी change in dimension, change in dimension कितनी आई 2 mm, 52 minus 50 that is 2 mm divided by the original dimension, original कितनी सीगी 50 mm। so strain is the ratio of change in dimension of the body to the original dimension is called the strain। strain ਦੇ units नहीं होंगे क्योंकि ਇਹਦੇ ਉੱਪਰ भी जो है length है, dimension है और नीचे भी dimension है ratio ਦੇ ਵਿੱਚ, so it will be having the no units। टाइप्स ऑफ स्ट्रेन्स देख लेने हैं जी। टेंसाइल स्ट्रेन, when the effect of force is to increase the dimension of the body, then the ratio of increase in dimension to the original dimension is called the tensile strain। this is the tensile force। ਜਦੋਂ ਆਪਾਂ tensile force ਲਗਾਵਾਂਗੇ ਦੋਨੋਂ ਐਂਡ ਦੇ ਉੱਪਰ, ਇਸ ਐਂਡ ਦੇ ਉੱਪਰ ਵੀ ਫੋਰਸ ਲੱਗ ਰਹੀ ਹੈ, ਇਸ ਐਂਡ ਦੇ ਉੱਪਰ ਵੀ ਫੋਰਸ ਲੱਗਦੀ ਹੋਈ ਹੈ, ਤਾਂ ਉਹਦੇ ਨਾਲ ਕੀ ਹੋਏਗਾ, ਜਿਹੜੀ ਡਾਇਮੈਂਸ਼ਨ ਹੋਏਗੀ ਇਸ ਸਪੈਸੀਮਨ ਦੀ ਉਹ ਇਨਕਰੀਜ਼ ਹੋ ਜਾਏਗੀ। ਪਹਿਲਾਂ ਇੱਥੇ ਤੱਕ ਸੀ ਡਾਇਮੈਂਸ਼ਨ ਇਸ ਪੋਰਸ਼ਨ ਤੱਕ, ਉਸ ਤੋਂ ਬਾਅਦ डेल्टा एल इंक्रीज कर गई, इतने तक डायमेंशन बन गई। सो चेंज इन डायमेंशन कितनी होगी, चेंज इन डायमेंशन की होगी पहला सी LO, LO वाज द ओरिजिनल डायमेंशन, सो चेंज LO प्लस डेल्टा एल इज द न्यू डायमेंशन। हुन टेंसाइल स्ट्रेन की होएगी चेंज इन डायमेंशन कितनी चेंज हुई टू द ओरिजिनल डायमेंशन, चेंज कितनी हुई, चेंज इज डेल्टा एल डिवाइडेड बाय टू द ओरिजिनल डायमेंशन दैट इज LO, that is original dimension। compressive strain सानू पता है compressive force हुंदी है towards inward, this is the force acting towards inward। same पहले dimension सीगी LO that was the original dimension, ਜਦੋਂ ਆਪਾਂ force लगाई तो ਉਹ delta L decrease कर गई dimension। so ਇਹਦੇ ਵਿੱਚ ਕੀ ਹੋਏਗਾ, tensile force लगाने ਤੇ कोई भी dimension increase करेगी क्योंकि force बाहरले पासे ਨੂੰ ਲੱਗ ਰਹੀ है, there will be an increase in length। और compressive force लगाने ਦੇ ਉੱਪਰ जो ਤੁਹਾਡਾ स्पेसिमेन होएगा that will decrease in its size। so ਇਹਦੇ ਵਿੱਚ ਵੀ ਕੀ ਹੋਏਗਾ, change in length to the original dimension that is called the compressive strain। shear strain, shear stress जो ਸੀਗੀ ਸਾਡੀ ਲੱਗਦੀ ਸੀਗੀ along the tangent of the surface, same this is your shear strain, this is tangent ਦੇ ਉੱਪਰ ਲੱਗ ਰਹੀ ਹੈ। ਇਹਦੇ ਵਿੱਚ ਕੀ ਹੋਇਆ, ਜਦੋਂ shear strain ਪੈਦਾ ਹੋਈ ਇਹ ਜੋ body ਹੈ ਇਹ डेल्टा x मूव कर गई टूवर्ड्स दिस साइड, क्योंकि इस साइड ਨੂੰ फोर्स है तो बॉडी मूव की टूवर्ड्स दिस साइड। सो ਇਹਦੇ ਵਿੱਚ ਕੀ ਹੋਏਗਾ, थीटा विल बी इक्वल टू दिस डेल्टा x अपॉन l। सो shear strain जो होएगी that will also change in dimension to the original dimension, पर ਜਿਹੜੀ shear strain होएगी वो एक्ट करेगी ਜਦੋਂ ਸਾਡੀ फोर्स है ਜਿਹੜੀ टेंजेंट ਦੇ ਉੱਪਰ ਲੱਗਦੀ ਹੈ, ਇਹ फोर्स टेंजेंट ਦੇ ਉੱਪਰ ਲੱਗਦੀ ਪਈ ਹੈ along the tangent of the surface that is on the body A। so shear strain is also the strain ਦੀ definition ਤਾਂ same है, these are the types of strain। ਜਿੱਦਾਂ tensile ਦੇ ਵਿੱਚ tensile force ਲੱਗ ਰਹੀ ਹੈ, compressive strain ਦੇ ਵਿੱਚ compressive force ਲੱਗ ਰਹੀ ਹੈ, shear strain ਦੇ ਵਿੱਚ shearing action ਹੋ ਰਿਹਾ, shear force ਲੱਗ ਰਹੀ ਹੈ, tangent ਦੇ ਉੱਪਰ ਲੱਗਦੀ ਪਈ ਹੈ।
So volumetric strain है, if a body is subjected to the external forces, there is a change in its volume. The ratio of change in volume to the original volume is called the volumetric strain. ਆ ਤੁਹਾਡੇ ਕੋਲ ਇੱਕ ਕਿਊਬ ਹੈ, ਇਸ ਕਿਊਬ ਦੇ ਵਿੱਚ ਇੱਕ ओरिजिनल ਸਾਈਜ਼ ਤੁਹਾਨੂੰ ਦਿਖਾਇਆ ਗਿਆ ਵਿਦ ਬਲੂ ਲਾਈਨ, ਔਰ ਜਦੋਂ ਅਸੀਂ ਇਹਦੇ ਉੱਪਰ ਫੋਰਸ ਲਗਾਈ, ਆਪਾਂ ਇਹਦੇ ਹਰ ਇੱਕ ਸਰਫੇਸ ਦੇ ਉੱਪਰ ਜਦੋਂ ਫੋਰਸ ਲਗਾਤੀ, ਇਹਦਾ ਜਿਹੜਾ ਸਾਈਜ਼ ਹੈ ਉਹ ਡਿਕਰੀਜ਼ ਕਰ ਗਿਆ. ਦਿਸ ਡਾਟਡ ਲਾਈਨ ਇਜ਼ ਦਾ ਡਿਕਰੀਜ਼ ਇਨ ਦਾ ਵੋਲਿਊਮ, ਡਿਕਰੀਜ਼ ਇਨ ਦਾ ਸਾਈਜ਼. ਸੋ ਵੋਲਿਊਮੈਟ੍ਰਿਕ ਸਟ੍ਰੇਨ ਕੀ ਹੋਏਗਾ, ਚੇਂਜ ਇਨ ਵੋਲਿਊਮ, ਕਿੰਨਾ ਵੋਲਿਊਮ ਦੇ ਵਿੱਚ ਚੇਂਜ ਆਇਆ ਟੂ ਦਾ ओरिजिनल ਵੋਲਿਊਮ. ਸੋ ਦਿਸ ਨੈਕਸਟ ਪ੍ਰੋਪਰਟੀ ਇਜ਼ ਦਾ ਇਲਾਸਟਿਸਿਟੀ ਪ੍ਰੋਪਰਟੀ, ਜੋ ਆਪਾਂ ਪਿੱਛੇ ਗੱਲ ਕੀਤੀ. Elasticity is the property of a material by virtue of which it opposes any change being produced in its shape or size by external force, and it tends to regain its original shape and size after the removal of force. Elasticity ਕੀ ਹੈ, ਹੁਣ ਅਸੀਂ ਸਪਰਿੰਗ ਦੀ ਐਗਜ਼ਾਮਪਲ ਹੀ ਲੈਂਦੇ ਹਾਂ. ਸਪਰਿੰਗ ਨੂੰ ਜਦੋਂ ਤੁਸੀਂ ਫੋਰਸ ਲਗਾਉਂਦੇ ਹੋ ਟੂਵਰਡਸ ਆਊਟਵਰਡਸ, ਟੈਂਸਾਈਲ ਫੋਰਸ ਲਗਾਉਂਦੇ ਹੋ, ਉਹਦੀ ਜਿਹੜੀ ਲੈਂਥ ਹੈ ਉਹ ਇਨਕਰੀਜ਼ ਹੋ ਜਾਂਦੀ ਹੈ. ਜਦੋਂ ਲੈਂਥ ਇਨਕਰੀਜ਼ ਹੋ ਜਾਂਦੀ ਹੈ, ਜਦੋਂ ਉਸ ਫੋਰਸ ਨੂੰ ਤੁਸੀਂ ਰਿਮੂਵ ਕਰਦੇ ਹੋ, ਜਦੋਂ ਛੱਡਦੇ ਹੋ, ਤਾਂ ਸਪਰਿੰਗ ਦੁਬਾਰਾ ਆਪਣੀ ओरिजिनल ਸ਼ੇਪ ਔਰ ਸਾਈਜ਼ ਦੇ ਵਿੱਚ ਆ ਜਾਂਦਾ. ਮੀਨਸ ਦੈਟ ਸਪਰਿੰਗ ਇਜ਼ ਇਲਾਸਟਿਕ. ਤੁਸੀਂ ਰਬਰ ਬੈਂਡ ਦੀ ਐਗਜ਼ਾਮਪਲ ਵੀ ਲੈ ਸਕਦੇ ਹੋ. ਰਬਰ ਨੂੰ ਤੁਸੀਂ ਜਦੋਂ ਫੋਰਸ ਲਗਾਉਂਦੇ ਹੋ ਟੂਵਰਡਸ ਆਊਟਵਰਡ, ਉਹਦਾ ਜਿਹੜਾ ਸਾਈਜ਼ ਹੈ ਉਹ ਇਨਕਰੀਜ਼ ਹੋ ਜਾਂਦਾ. ਪਰ ਜਦੋਂ ਤੁਸੀਂ ਫੋਰਸ ਨੂੰ ਰਿਲੀਜ਼ ਕਰਦੇ ਹੋ, ਜਦੋਂ ਫੋਰਸ ਨੂੰ ਤੁਸੀਂ ਛੱਡਦੇ ਹੋ, ਤਾਂ ਉਹ ਕੀ ਹੈ, ਰਬਰ ਆਪਣਾ ओरिजिनल ਸ਼ੇਪ ਔਰ ਸਾਈਜ਼ ਦੇ ਵਿੱਚ ਆ ਜਾਂਦੀ ਹੈ. ਸੋ ਦੈਟ ਇਜ਼ ਆਲਸੋ ਦਾ ਇਲਾਸਟਿਕ ਮਟੀਰੀਅਲ. ਸਟੀਲ ਇਜ਼ ਆਲਸੋ ਦਾ ਇਲਾਸਟਿਕ ਮਟੀਰੀਅਲ. Plasticity, it is the property that enables the formation of permanent deformation in a material. मतलब ਜਦੋਂ ਤੁਸੀਂ ਫੋਰਸ ਲਗਾਈ ਕਿਸੇ ਵੀ ਮਟੀਰੀਅਲ ਦੇ ਉੱਪਰ, ਤਾਂ ਕੀ ਹੋਇਆ, ਚਾਹੇ ਟੈਂਸਾਈਲ ਫੋਰਸ ਹੈ ਚਾਹੇ ਕੰਪਰੈਸਿਵ ਫੋਰਸ ਹੈ. ਟੈਂਸਾਈਲ ਫੋਰਸ ਦੇ ਨਾਲ ਉਹਦੀ ਜਿਹੜੀ ਲੈਂਥ ਹੈ ਉਹ ਇਨਕਰੀਜ਼ ਕਰੇਗੀ, ਡਾਇਮੈਂਸ਼ਨ ਇਨਕਰੀਜ਼ ਕਰੇਗੀ. ਕੰਪਰੈਸਿਵ ਦੇ ਨਾਲ ਕੀ ਹੋਏਗਾ, ਉਹਦੀ ਡਾਇਮੈਂਸ਼ਨ ਡਿਕਰੀਜ਼ ਕਰੇਗੀ. ਜਦੋਂ ਤੁਸੀਂ ਫੋਰਸ ਲਗਾਉਂਦੇ ਹੋ ਤਾਂ ਮਟੀਰੀਅਲ ਦੀ ਇਦਾਂ ਦੀ ਪ੍ਰੋਪਰਟੀ ਕਿ ਉਹ ਦੁਬਾਰਾ ਆਪਣੇ ओरिजिनल ਸ਼ੇਪ ਔਰ ਸਾਈਜ਼ ਦੇ ਵਿੱਚ ਨਾ ਆ ਸਕੇ, ਉਹ ਡਿਫਾਰਮ ਹੋ ਜਾਏ. तो उस प्रॉपर्टी ਨੂੰ ਆਪਾਂ ਕਹਿੰਦੇ दैट इज द प्लास्टिसिटी. ਜਿੱਦਾਂ ਲੈਡ ਹੋ ਗਿਆ, ਕੰਕਰੀਟ ਹੋ ਗਈ, ਫਾਰਮ ਹੋ ਗਿਆ, ਇਹ ਕੀ ਹੈ, ਜਦੋਂ ਫੋਰਸ ਲਗਾਉਣ ਤੇ ਜਦੋਂ ਇੱਕ ਵਾਰੀ ਚੇਂਜ ਆ ਗਈ ਇਹਨਾਂ ਮਟੀਰੀਅਲਸ ਦੇ ਵਿੱਚ, ਤਾਂ ਫੋਰਸ ਨੂੰ ਚਾਹੇ ਤੁਸੀਂ ਰਿਮੂਵ ਕਰ ਲਓ, ਇਹ ਦੁਬਾਰਾ ਆਪਣੀ ਰੀਗੇਨ ਨਹੀਂ ਕਰ ਸਕਦੇ ओरिजिनल ਫਾਰਮ ਨੂੰ. दैट इज द प्लास्टिसिटी प्रॉपर्टी. डक्टिलिटी है ਸਾਡੇ ਕੋਲ नेक्स्ट. इट इज द प्रॉपर्टी ऑफ ए मटीरियल बाय विच इट कैन बी ड्रॉन इनटू थिन वायर्स. ਜਦੋਂ ਅਸੀਂ ਮਟੀਰੀਅਲ ਦੀ ਉਹ ਪ੍ਰੋਪਰਟੀ ਜਿਹਦੇ ਕਾਰਨ ਅਸੀਂ ਉਹਨੂੰ ਥਿਨ ਵਾਇਰਸ ਦੇ ਵਿੱਚ ਕਨਵਰਟ ਕਰ ਸਕੀਏ, दैट इज द ਡਕਟਿਲਿਟੀ ਪ੍ਰੋਪਰਟੀ. ਜਿੱਦਾਂ ਸਾਡੇ ਕੋਲ ਸਟੀਲ ਹੋ ਗਈ, ਸਾਡੇ ਕੋਲ ਕਾਪਰ ਹੋ ਗਿਆ. ਔਰ ਮੈਲੀਬਿਲਿਟੀ ਹੈ, ਜਦੋਂ ਅਸੀਂ ਕਿਸੇ ਵੀ ਮਟੀਰੀਅਲ ਨੂੰ ਥਿਨ ਸ਼ੀਟਸ ਦੇ ਵਿੱਚ ਕਨਵਰਟ ਕਰ ਸਕੀਏ. ਸੋ दैट इज द ਮੈਲੀਬਿਲਿਟੀ ਪ੍ਰੋਪਰਟੀ, ਜਿੱਦਾਂ ਸਾਡੇ ਕੋਲ 골ਡ ਹੈ ਜਾਂ ਸਿਲਵਰ ਹੈ. ਸੋ students, hope you have understood. In the next lecture we will be discussing some more mechanical properties. Thank you very much.